Good morning, students. Today we will continue our civics chapter Features of Indian Constitution. And now we will talk about main features of Constitution. Yesterday we talked about preamble and Constitution also. Now the time of main features of Constitution. ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਉਹਨਾਂ ਬਾਰੇ ਅੱਜ ਡਿਸਕਸ ਕਰਾਂਗੇ। ਫਸਟਲੀ ਗੱਲ ਆਉਂਦੀ ਹੈ ਰਾਜੇ ਰਿਟਨ ਐਂਡ ਲੈਂਥੀ। ਕੌਨਸਟੀਟਿਊਸ਼ਨ ਜਿਹੜਾ ਸਾਡਾ ਇਹ ਰਿਟਨ ਹੈ, ਲਿਖਤੀ ਹੈ, ਅਤੇ ਲੈਂਥੀ ਹੈ, ਲੰਬਾ ਹੈ। ਕੌਨਸਟੀਟਿਊਸ਼ਨ ਦੇ ਵਿੱਚ 395 ਆਰਟੀਕਲਸ ਅਤੇ 9 ਸ਼ਡਿਊਲਸ ਆ। ਇਹਨੂੰ ਪੂਰੇ ਵਰਲਡ ਦੇ ਸੰਵਿਧਾਨਾਂ ਦੇ ਵਿੱਚੋਂ ਸਭ ਤੋਂ ਵੱਡਾ, ਸਭ ਤੋਂ ਲੈਂਥੀ ਕੌਨਸਟੀਟਿਊਸ਼ਨ ਮੰਨਿਆ ਜਾਂਦਾ ਹੈ। ਇਹ ਕਿਉਂ ਲੈਂਥੀ ਹੈ? ਕਿਉਂਕਿ ਇਹਦੇ ਵਿੱਚ ਡਿਟੇਲ ਐਕਸਪਲੇਨੇਸ਼ਨ ਦਿੱਤੀ ਹੋਈ ਆ। ਕਾਹਦੇ ਬਾਰੇ? ਫੈਡਰਲ ਸੈਟਅਪ, ਸੰਘਾਤਮਕ ਸੈਟਅਪ ਦੇ ਬਾਰੇ, ਸ਼ਡਿਊਲ ਕਾਸਟਸ ਦੀਆਂ ਪ੍ਰੋਬਲਮਸ, ਸ਼ਡਿਊਲ ਟਰਾਈਬਸ ਦੀਆਂ ਪ੍ਰੋਬਲਮਸ, ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ, ਡਾਇਰੈਕਟਿਵ ਪ੍ਰਿੰਸੀਪਲਸ ਨਿਰਦੇਸ਼ਕ ਸਿਧਾਂਤ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਬਾਰੇ ਡਿਟੇਲ ਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਤਾਂ ਕਰਕੇ ਇਹ ਲੈਂਥੀ ਹੈ ਬਹੁਤ ਜ਼ਿਆਦਾ। ਸੈਕਿੰਡ ਫੀਚਰ ਆਉਂਦੀ ਹੈ ਫਲੈਕਸੀਬਲ ਐਂਡ ਰਿਗਿਡ। ਫਲੈਕਸੀਬਲ ਵਿਚ ਚੇਂਜ ਈਜ਼ਲੀ ਐਂਡ ਰਿਗਿਡ ਵਿਚ ਨੋਟ ਚੇਂਜ ਈਜ਼ਲੀ। ਫਲੈਕਸੀਬਲ ਦਾ ਮਤਲਬ ਹੈ ਵੀ ਇਹ ਈਜ਼ਲੀ ਚੇਂਜ ਹੋ ਜਾਂਦਾ ਹੈ ਥਰੂ ਸਿੰਪਲ ਮੈਜੋਰਟੀ ਆਫ ਪਾਰਲੀਮੈਂਟ। ਜੇ ਪਾਰਲੀਮੈਂਟ ਦੀ ਮੈਜੋਰਟੀ ਮਿਲ ਜੇ ਤਾਂ ਇਹਦੇ ਵਿੱਚ ਅਮੈਂਡਮੈਂਟਸ ਆ ਜਿਹੜੀਆਂ ਉਹ ਈਜ਼ਲੀ ਹੋ ਜਾਂਦੀਆਂ। ਇਹ ਫਲੈਕਸੀਬਲ ਦਾ ਮੀਨਿੰਗ ਹੈ। ਰਿਗਿਡ ਦਾ ਮਤਲਬ ਹੁੰਦਾ ਕਠੋਰ, ਕਿ ਜੇ ਉਹਦੇ ਵਿੱਚ ਕੋਈ ਵੀ ਚੇਂਜ ਇੰਨੀ ਜਲਦੀ ਇੰਨੀ ਈਜ਼ੀ ਨਹੀਂ ਹੁੰਦਾ, ਬਹੁਤ ਡਿਫੀਕਲਟ ਹੁੰਦਾ ਇਹ ਪ੍ਰੋਸੀਜਰ ਵੀ ਇਹਦੇ ਵਿੱਚ ਕੋਈ ਚੇਂਜ ਹੋ ਸਕੇ। ਦੋ ਐਗਜ਼ੈਂਪਲ ਹੈ ਆਪਣੇ ਕੋਲ। ਜਿਹੜਾ ਤਾਂ ਫਲੈਕਸੀਬਲ ਜੋ ਹੈਗਾ ਇਹ ਕੌਨਸਟੀਟਿਊਸ਼ਨ, ਬ੍ਰਿਟਿਸ਼ ਕੌਨਸਟੀਟਿਊਸ਼ਨ ਜਿਹੜਾ ਸੀ ਉਹ ਫਲੈਕਸੀਬਲ ਸੀ। ਉਹਦੇ ਕੰਪੈਰੀਜ਼ਨ USA ਦਾ ਕੌਨਸਟੀਟਿਊਸ਼ਨ ਸੀ ਉਹ ਰਿਗਿਡ ਕੌਨਸਟੀਟਿਊਸ਼ਨ ਸੀ। ਬਟ ਆਪਾਂ ਗੱਲ ਕਰ ਰਹੇ ਹਾਂ ਇੰਡੀਅਨ ਕੌਨਸਟੀਟਿਊਸ਼ਨ ਦੀ। ਤਾਂ ਸਾਡਾ ਇੰਡੀਅਨ ਕੌਨਸਟੀਟਿਊਸ਼ਨ ਹੈ ਜਿਹੜਾ ਇਹ ਨਾ ਤਾਂ ਫਲੈਕਸੀਬਲ ਹੈ ਬ੍ਰਿਟਿਸ਼ ਕੌਨਸਟੀਟਿਊਸ਼ਨ ਵਾਂਗੂ, ਅਤੇ ਨਾ ਹੀ USA ਦੇ ਕੌਨਸਟੀਟਿਊਸ਼ਨ ਵਾਂਗੂ ਰਿਗਿਡ ਹੈ। ਸਗੋਂ ਦੀ ਉਹਨਾਂ ਦੋਹਾਂ ਦਾ ਮਿਕਸਚਰ ਹੈ, ਫਲੈਕਸੀਬਲ ਵੀ ਹੈ ਐਜ਼ ਵੈਲ ਐਜ਼ ਰਿਗਿਡ ਵੀ ਹੈ। ਕਲੀਅਰ? ਦੋ ਫੀਚਰਸ ਕਲੀਅਰ ਹੋ ਚੁੱਕੀਆਂ ਹੈ ਜੀ। ਨੈਕਸਟ ਗੱਲ ਕਰਦੇ ਹਾਂ ਤੀਸਰੀ ਫੀਚਰ ਫੈਡਰਲ ਪੋਲਿਟੀ। ਫੈਡਰਲ ਦਾ ਮਤਲਬ ਕੀ ਹੁੰਦਾ ਹੈ? ਡਿਸਟਰੀਬਿਊਸ਼ਨ ਆਫ ਪਾਵਰਸ ਬਿਟਵੀਨ ਸੈਂਟਰ ਐਂਡ ਸਟੇਟ। ਜਿੱਥੇ ਕਿ ਪਾਵਰਸ ਦੀ ਡਿਵੀਜ਼ਨ ਹੋਵੇ, ਵੰਡੀ ਹੋਈ ਹੋਵੇ ਪਾਵਰ ਸੈਂਟਰ ਅਤੇ ਸਟੇਟ ਗਵਰਨਮੈਂਟ ਦੇ ਵਿਚਕਾਰ। ਇੰਡੀਅਨ ਪੋਲਿਟੀ ਹੈ ਜੋ ਸਾਡੀ ਉਹ ਫੈਡਰਲ ਪੋਲਿਟੀ ਹੈ। ਕਿਵੇਂ? ਕਿਉਂਕਿ ਇੱਥੇ ਸਾਰੀਆਂ ਸ਼ਕਤੀਆਂ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਹੈਗੀਆਂ। ਇੱਥੇ ਡਿਸਟਰੀਬਿਊਸ਼ਨ ਹੋਈ ਹੋਈ ਹੈ ਸ਼ਕਤੀਆਂ ਦੀ ਸੈਂਟਰ ਅਤੇ ਸਟੇਟ ਦੇ ਵਿਚਕਾਰ। ਤਾਂ ਕਰਕੇ ਇੱਥੇ ਫੈਡਰਲ ਪੋਲਿਟੀ ਚੱਲਦੀ ਹੈ। ਬਟ ਇੱਕ ਗੱਲ ਹੋਰ ਵੀ ਕਹੀ ਜਾਂਦੀ ਹੈ ਕੌਨਸਟੀਟਿਊਸ਼ਨ ਦੇ ਬਾਰੇ ਕਿ ਇੰਡੀਅਨ ਕੌਨਸਟੀਟਿਊਸ਼ਨ ਇਜ਼ ਫੈਡਰਲ ਇਨ ਫੋਰਮ ਬਟ ਯੂਨੀਟਰੀ ਇਨ ਸਪਿਰਿਟ। ਫੋਰਮ ਦੇ ਵਿੱਚ ਤਾਂ ਇਹ ਫੈਡਰਲ ਆ, ਸੰਘਾਤਮਕ ਆ, ਪਰ ਇਹਦੀ ਸਪਿਰਿਟ ਆਤਮਾ ਹੈ ਜਿਹੜੀ ਉਹ ਯੂਨੀਟਰੀ ਆ, ਇਕਾਤਮਕ ਆ। ਹੁਣ ਇਸ ਲਾਈਨ ਦਾ ਕੀ ਮੀਨਿੰਗ ਹੈ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਕਿ ਇੰਡੀਆ ਬੇਸ਼ੱਕ ਫੈਡਰਲ ਹੈ, ਇੱਥੇ ਪਾਵਰਸ ਵੰਡੀਆਂ ਹੋਈਆਂ ਹੈ। ਨਾਲ ਜੋ ਇੱਕ ਫੈਡਰਲ ਪੋਲਿਟੀ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਜਿਹੜੀਆਂ ਉਹ ਸਾਰੀਆਂ ਹੀ ਇਸ ਸੰਵਿਧਾਨ ਦੇ ਵਿੱਚ ਪਾਈਆਂ ਜਾਂਦੀਆਂ। ਬਟ ਇਹ ਫਿਰ ਵੀ ਇੱਥੋਂ ਦੀ ਫੋਰਮ ਹੈ ਜਿਹੜੀ ਇੱਥੋਂ ਦੀ ਸਪਿਰਿਟ ਹੈ ਉਹ ਇਕਾਤਮਕ ਹੈ। ਕਿਵੇਂ? ਕੌਨਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਡਿਕਲੇਅਰ ਕੀਤਾ ਗਿਆ ਹੈ ਕਿ ਇੰਡੀਆ ਇਜ਼ ਯੂਨੀਅਨ ਆਫ ਸਟੇਟਸ। ਅਲੱਗ-ਅਲੱਗ ਰਾਜਾਂ ਦਾ ਇੱਕ ਜਿਹੜਾ ਹੈਗਾ ਇਕੱਠ ਆ ਇੰਡੀਆ। ਜਦੋਂ ਕੋਈ ਵੀ ਐਮਰਜੈਂਸੀ ਪਾਵਰਸ ਆਉਂਦੀਆਂ ਐਮਰਜੈਂਸੀ ਪਾਵਰ ਆਉਂਦੀਆਂ ਤਾਂ ਪ੍ਰੈਜ਼ੀਡੈਂਟ ਸਾਰੀਆਂ ਪਾਵਰਸ ਕੰਟਰੋਲਸ ਆ ਜਿਹੜੇ ਸਟੇਟ ਗਵਰਨਮੈਂਟ ਦੇ ਉਹ ਆਪਦੇ ਹੱਥ ਵਿੱਚ ਕਰ ਲੈਂਦਾ ਹੈ। ਅਤੇ ਫੈਡਰਲ ਸਿਸਟਮ ਜਿਹੜਾ ਸਾਡਾ ਹੁੰਦਾ ਹੈ ਉਹ ਯੂਨੀਟਰੀ ਦੇ ਵਿੱਚ ਟਰਾਂਸਫੋਰਮਡ ਹੋ ਜਾਂਦਾ ਹੈ। ਇਹੀ ਸਾਡੀ ਸੰਵਿਧਾਨ ਦੀ ਕੌਨਸਟੀਟਿਊਸ਼ਨ ਦੀ ਇੱਕ ਵਿਸ਼ੇਸ਼ਤਾ ਹੈ ਕਿ ਐਮਰਜੈਂਸੀ ਦੇ ਦੌਰਾਨ ਫੈਡਰਲ ਸਿਸਟਮ ਟਰਾਂਸਫੋਰਮਡ ਇਨਟੂ ਯੂਨੀਟਰੀ ਵਨ।
ਇਕਾਤਮਕ ਦੇ ਵਿੱਚ ਅਸੀਂ ਅਲੱਗ-ਅਲੱਗ ਤੋਂ ਸੰਘ ਤੋਂ ਇਕਾਤਮਕ ਦੇ ਵਿੱਚ ਇਕਮੁੱਠ ਹੋ ਜਾਂਦੇ ਹਾਂ ਜਦੋਂ ਕੋਈ ਵੀ ਐਮਰਜੈਂਸੀ ਆਉਂਦੀ ਹੈ, ਭਾਵੇਂ ਉਹ ਇੰਟਰਨਲ ਹੋਵੇ ਜਾਂ ਉਹ ਐਕਸਟਰਨਲ ਹੋਵੇ। ਨੈਕਸਟ ਗੱਲ ਕਰਦੇ ਹਾਂ all important subjects included in union list। ਜਿੰਨੇ ਵੀ ਇੰਪੋਰਟੈਂਟ ਸਬਜੈਕਟਸ ਆ, ਜਿੰਨੇ ਵੀ ਵਿਸ਼ੇ ਆ, ਡਿਫੈਂਸ, ਫਾਈਨਾਂਸ, ਰੇਲਵੇ, ਇੰਡਸਟਰੀ, ਫੋਰਨ ਅਫੇਅਰਸ, ਬੈਂਕਸ, ਕਰੰਸੀ ਐਕਸੈਟਰਾ, ਇਹ ਸਾਰੇ ਵਿਸ਼ੇ ਇੰਪੋਰਟੈਂਟ ਵਿਸ਼ੇ ਆ ਜਿਹੜੇ ਉਹ ਯੂਨੀਅਨ ਲਿਸਟ ਦੇ ਅੰਡਰ ਹੀ ਆਉਂਦੇ ਆ। ਇਹਨਾਂ ਦੇ ਬਾਰੇ ਜਿੰਨੇ ਵੀ ਫੈਸਲੇ ਲੈਣੇ ਆ ਉਹ ਸਾਰੇ ਯੂਨੀਅਨ ਨੇ ਲੈਣੇ ਆ, ਸੈਂਟਰ ਸਰਕਾਰ ਨੇ ਲੈਣੇ ਆ। ਨੈਕਸਟ ਪੁਆਇੰਟ ਆਉਂਦਾ ਹੈ there is one constitution in the whole country। ਸਾਡੇ ਕੰਟਰੀ ਦੇ ਵਿੱਚ ਇੱਕੋ ਹੀ ਕੌਂਸਟੀਟਿਊਸ਼ਨ ਚੱਲਦਾ ਹੈ। ਪਹਿਲਾਂ ਜਿਵੇਂ ਜੰਮੂ ਕਸ਼ਮੀਰ ਦਾ ਅਲੱਗ ਸੰਵਿਧਾਨ ਸੀ, ਤਾਂ ਧਾਰਾ 370 ਦੇ ਖਤਮ ਹੋਣ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਕੌਂਸਟੀਟਿਊਸ਼ਨ ਹੈ। ਕਿਸੇ ਦਾ ਵੀ ਕਿਸੇ ਸਟੇਟ ਦਾ ਅਲੱਗ ਸੈਪਰੇਟ ਕੌਂਸਟੀਟਿਊਸ਼ਨ ਨਹੀਂ ਹੈਗਾ। ਤਾਂ ਇਹ ਵੀ ਯੂਨੀਟਰੀ ਸਪਿਰਿਟ ਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ। States largely depend upon the union government for its financial assistance। States union government ਦੇ ਉੱਪਰ ਡਿਪੈਂਡ ਹੁੰਦੀਆਂ ਹੈ ਜੇਕਰ ਉਹਨਾਂ ਨੂੰ ਫਾਈਨੈਂਸ ਦੇ ਨਾਲ ਕੋਈ ਉਹਨਾਂ ਨੇ ਹੈਲਪ ਲੈਣੀ ਹੋਵੇ, ਕੋਈ ਵੀ ਡਿਸੀਜ਼ਨ ਲੈਣੇ ਹੋਣ, ਤਾਂ ਉਹ ਫਿਰ ਵੀ ਯੂਨੀਅਨ 'ਤੇ ਸੈਂਟਰ ਗਵਰਨਮੈਂਟ 'ਤੇ ਹੀ ਡਿਪੈਂਡ ਕਰਦੀਆਂ ਹੈ ਪੂਰੀ ਤਰ੍ਹਾਂ ਦੇ ਨਾਲ। ਲਾਸਟ ਪੁਆਇੰਟ ਸਾਡਾ ਬਣਦਾ ਹੈ ਜੁਡੀਸ਼ੀਅਲ ਰਿਵਿਊ, ਨਿਆਇਕ ਪੁਨਰ ਨਿਰੀਖਣ। ਹਾਈ ਕੋਰਟਸ, ਸੁਪਰੀਮ ਕੋਰਟਸ, ਇਹਨਾਂ ਨੂੰ ਜੁਡੀਸ਼ੀਅਲ ਰਿਵਿਊ ਦੀ ਪਾਵਰ ਦਿੱਤੀ ਹੋਈ ਹੈ ਹਾਈ ਕੋਰਟਸ ਨੂੰ। ਜਿਵੇਂ ਕਿ ਕੋਈ ਲਾਅ ਇਹਨਾਂ ਦੁਆਰਾ ਜਿਹੜਾ ਹੈਗਾ ਕੋਈ ਵੀ ਲਾਅ ਪਾਸ ਕੀਤਾ ਗਿਆ ਹੈ, ਬੇਸ਼ੱਕ ਉਹ ਐਗਜ਼ੀਕਿਊਟਿਵ ਦੁਆਰਾ ਪਾਸ ਕੀਤਾ ਗਿਆ ਹੈ, ਲੈਜਿਸਲੇਚਰ ਦੁਆਰਾ, ਸਟੇਟ ਲੈਜਿਸਲੇਚਰ ਦੁਆਰਾ ਪਾਸ ਕੀਤਾ ਗਿਆ ਹੈ, ਜੇਕਰ ਉਹ ਕਾਨੂੰਨ ਦੇ ਵਿੱਚ ਉਹ ਕਾਨੂੰਨ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ, ਸੰਵਿਧਾਨ ਦੇ ਵਿੱਚ ਲਿਖੇ ਹੋਏ ਨਿਯਮਾਂ ਦੇ ਅਨੁਸਾਰ ਨਹੀਂ ਹੈਗਾ, ਤਾਂ ਉਸ ਨੂੰ ਹਾਈ ਕੋਰਟਸ ਦੇ ਦੁਆਰਾ, ਸੁਪਰੀਮ ਕੋਰਟ ਦੇ ਦੁਆਰਾ ਰੱਦ ਕੀਤਾ ਜਾ ਸਕਦਾ ਹੈ। ਇਹ ਜੁਡੀਸ਼ੀਅਲ ਰਿਵਿਊ ਦੀ ਪਾਵਰ ਹੈ। ਕਹਿਣ ਦਾ ਭਾਵ ਇਹੀ ਹੈ ਕਿ ਫੈਡਰਲ ਹੋਣ ਦੇ ਨਾਲ ਨਾਲ ਜੋ ਸਪਿਰਿਟ ਹੈ ਉਹ ਯੂਨੀਟੇਰੀ ਹੈ, ਇਕਾਤਮਕ ਹੈ। ਮਤਲਬ ਕਿ ਸੰਘ ਦੇ ਵਿੱਚ ਸ਼ਕਤੀਆਂ ਅਲੱਗ-ਅਲੱਗ ਵੰਡੀਆਂ ਹੋਈਆਂ ਹੈ, ਪਾਵਰਸ ਸੈਂਟਰ ਅਤੇ ਸਟੇਟ ਦੇ ਵਿੱਚ ਵੰਡੀ ਹੋਈ ਹੈ ਬੇਸ਼ੱਕ, ਪਰ ਜਦੋਂ ਕੋਈ ਐਮਰਜੈਂਸੀ ਆਵੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਹੋਰ ਪ੍ਰੋਬਲਮ ਹੈ ਤਾਂ ਉਸ ਟਾਈਮ 'ਤੇ ਸਾਰੇ ਅਧਿਕਾਰ ਜੋ ਸੈਂਟਰ ਗਵਰਨਮੈਂਟ ਹੈ ਉਹਨਾਂ ਕੋਲ ਚਲੇ ਜਾਂਦੇ ਆ, ਯੂਨੀਅਨ ਕੋਲ ਚਲੇ ਜਾਂਦੇ ਆ। ਇੰਪੋਰਟੈਂਟ ਵਿਸ਼ੇ ਵੈਸੇ ਵੀ ਯੂਨੀਅਨ ਲਿਸਟ ਵਿੱਚ ਹੁੰਦੇ ਆ, ਤਾਂ ਉਸ ਟਾਈਮ 'ਤੇ ਜੋ ਸੈਂਟਰ ਸਰਕਾਰ ਹੈ ਉਹੀ ਸਟੇਟਸ ਨੂੰ ਸਾਰੇ ਨਿਰਦੇਸ਼ ਦੇਊਗੀ, ਸਟੇਟ ਉਹਨਾਂ ਦੇ ਰੂਲ ਨੂੰ ਫੋਲੋ ਕਰੂਗੀ। ਇਸੇ ਕਰਕੇ ਕਿਹਾ ਜਾਂਦਾ ਹੈ ਇੰਡੀਅਨ ਕੌਂਸਟੀਟਿਊਸ਼ਨ ਇਜ਼ ਫੈਡਰਲ ਇਨ ਫਾਰਮ ਬਟ ਯੂਨੀਟੇਰੀ ਇਨ ਸਪਿਰਿਟ। I hope you will understand this topic. Thanks. Have a nice day.